ਸਤਿ ਸ੍ਰੀ ਅਕਾਲ। ਤੁਸੀਂ ਲੋਕਰਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਜਦੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ 4 ਸਾਲ ਦਾ ਲੇਖਾ ਜੋਖਾ ਸਰਕਾਰ ਦੇ ਕਾਰਜਕਾਲ ਦਾ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਰਹੇ ਨੇ, ਉਹਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਿਰਕਾਰ 4 ਸਾਲਾਂ ਦੇ ਵਿੱਚ ਕਿਹੜੇ ਵਾਅਦੇ ਜਿਹੜੇ ਕੀਤੇ ਸੀ ਉਹ ਪੂਰੇ ਹੋਏ ਜਾਂ ਨਹੀਂ ਹੋਏ। ਜਿਵੇਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਅਸੀਂ 84% ਦੀ ਵਾਅਦੇ ਪੂਰੇ ਕੀਤੇ ਨੇ, ਕੀ ਉਹ ਹੋਏ ਨੇ? ਕਿਹੜੇ 84% ਦੀ ਵਾਅਦੇ ਪੂਰੇ ਹੋਏ ਨੇ? ਜਿਹੜੇ ਰਹਿ ਗਏ ਅਧੂਰੇ ਉਹ ਕਿਹੜੇ ਨੇ? ਸਭ ਦੇ ਉੱਤੇ ਗੱਲਬਾਤ ਕਰਾਂਗੇ। ਕੈਪਟਨ ਸਾਹਿਬ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਡਾਕਟਰ ਭੀਮਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕਰਣ ਚੈਨਲ। ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਡਾਕਟਰ ਸਾਹਿਬ, ਕਿੱਦਾਂ ਦੇਖਦੇ ਹੋ? ਕੈਪਟਨ ਸਾਹਿਬ 4 ਸਾਲ ਦੀ ਪ੍ਰਾਪਤੀ ਦੱਸਦੇ ਕਹਿ ਰਹੇ ਨੇ ਕਿ ਮੈਂ ਤਾਂ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀ ਕਿ ਨਸ਼ਿਆਂ ਦਾ ਲੱਕ ਤੋੜਾਂਗਾ, ਮੈਂ ਖਤਮ ਕਰਨ ਦੀ ਗੱਲ ਨਹੀਂ ਆਖੀ। ਇਹਨੂੰ ਕਿੱਦਾਂ ਦੇਖਦੇ? ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਆਜ਼ਾਦੀ ਮਿਲੀ ਨੂੰ 75 ਸਾਲ ਹੋ ਗਏ ਔਰ 75 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਪੰਜਾਬ ਨੇ ਦੇਖੀਆਂ ਨੇ। ਉਹਦੇ ਵਿੱਚ ਬੀਜੇਪੀ, ਅਕਾਲੀ ਦਲ, ਕਾਂਗਰਸ ਜਾਂ ਹੋਰ ਸਾਂਝੀਆਂ ਜਿਹੜੀਆਂ ਸਰਕਾਰਾਂ ਵੱਖ-ਵੱਖ ਪਾਰਟੀਆਂ ਦੀਆਂ ਰਹੀਆਂ ਨੇ। ਔਰ ਇਹਨਾਂ 75 ਸਾਲਾਂ ਦੇ ਵਿੱਚ ਜਿਹੜੇ ਪਿਛਲੇ 4 ਸਾਲ ਨੇ, ਮੈਂ ਇਹ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਇਹ 4 ਸਾਲਾਂ ਦੇ ਵਿੱਚ ਸਭ ਤੋਂ ਘੱਟ ਜਦੋਂ ਕੰਮ ਹੋਇਆ ਹੋਵੇ ਔਰ ਸਭ ਤੋਂ ਘੱਟ ਕਿਸੇ ਪ੍ਰਦੇਸ਼ ਦਾ, ਕਿਸੇ ਸਟੇਟ ਦਾ ਮੁੱਖ ਮੰਤਰੀ ਆਪਣੇ ਲੋਕਾਂ 'ਚ ਵਿਚਰਿਆ ਹੋਵੇ ਔਰ ਉਹਨਾਂ ਨੇ ਲੋਕਾਂ ਦੇ ਜਿਹੜੇ ਵਿੱਚ ਜਾ ਕੇ ਆਪਣੇ ਵਾਅਦੇ ਨਿਭਾਏ ਹੋਣ। ਇਹ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਐਗਜ਼ਾਮਪਲ ਹੈ ਕਿ ਮੁੱਖ ਮੰਤਰੀ ਕਦੇ ਆਪਣੇ ਸਟੇਟ 'ਚ ਵੜਿਆ ਨਾ ਹੋਵੇ ਔਰ ਅੱਜ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੋਣ ਕਿ ਅਸੀਂ 85%, ਜਿਵੇਂ ਤੁਸੀਂ ਕਹਿ ਰਹੇ ਹੋ 84% ਜਿਹੜੇ ਨੇ ਅਸੀਂ ਵਾਅਦੇ ਕੰਪਲੀਟ ਵੀ ਕਰਤੇ, ਪੂਰੇ ਵੀ ਕਰਤੇ। ਔਰ ਇੱਕ ਪਾਸੇ ਉਹ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਦੂਸਰੇ ਪਾਸੇ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਦਿੱਲੀ ਦੇ ਵਿੱਚ। ਕਰਜ਼ੇ ਮਾਫੀ ਜਿਹੜਿਆ ਉਹਨਾਂ ਨੇ ਕਿਹਾ ਸੀਗਾ ਕਿ ਮੈਂ 100% ਯਾਨੀ ਕਿ 1 ਲੱਖ ਕਰੋੜ ਰੁਪਈਆ ਇਸ ਵੇਲੇ ਕਰਜ਼ਾ ਹੈ ਕਿਸਾਨਾਂ ਦੇ ਉੱਤੇ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਹਦੇ ਤੋਂ ਲੀਕ ਫੇਰਾਂਗਾ, ਚਾਹੇ ਕਿਸੇ ਵੀ ਕਿਸਮ ਦਾ ਕਰਜ਼ਾ ਹੋਵੇ। ਉਹ ਅੱਜ ਤੱਕ ਖੜਾ ਹੈ ਔਰ ਐਵਰੇਜ 3 ਕਿਸਾਨ ਔਰ 1 ਮਜ਼ਦੂਰ, ਖੇਤ ਮਜ਼ਦੂਰ ਜਿਹੜਾ ਹੈਗਾ, ਐਵਰੇਜ ਅੱਜ ਪੰਜਾਬ ਦਾ ਸੁਸਾਈਡ ਕਰ ਰਿਹਾ ਹੈ, ਖੁਦਕੁਸ਼ੀ ਕਰ ਰਿਹਾ, ਅਸੀਂ ਸਾਰੇ ਜਾਣਦੇ ਹਾਂ। ਔਰ ਦੂਸਰੇ ਪਾਸੇ ਤੁਸੀਂ ਨੌਜਵਾਨਾਂ ਦੀ ਗੱਲ ਕਰ ਲਓ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਘਰ ਘਰ ਨੌਕਰੀ ਔਰ ਫਾਰਮ ਭਰੇ ਸੀਗੇ ਔਰ ਘਰ ਘਰ ਕਿਹਨੂੰ ਨੌਕਰੀ ਮਿਲੀ? ਸਾਨੂੰ ਅੱਜ ਤੱਕ ਕੋਈ ਬੰਦਾ ਜਿਹੜਾ ਹੈਗਾ ਇਹ ਕਹਿੰਦਾ ਨਜ਼ਰ ਨਹੀਂ ਆਇਆ ਕਿ ਮੈਨੂੰ ਕੋਈ ਗਵਰਨਮੈਂਟ ਦੀ ਸਰਕਾਰੀ ਨੌਕਰੀ ਮਿਲ ਚੁੱਕੀ ਹੈ। ਸੋ ਉਹ ਵੀ ਇੱਕ ਜੁਮਲਾ ਬਣ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਮੈਂ, ਜਿਵੇਂ ਤੁਸੀਂ ਕਿਹਾ ਕਿ ਨਸ਼ੇ ਦਾ ਲੱਕ ਤੋੜ ਦਾਂਗਾ, ਬਿਲਕੁਲ ਠੀਕ ਕਿਹਾ ਸੀਗਾ ਉਹਨਾਂ ਨੇ। ਨਸ਼ੇ ਦਾ ਲੱਕ ਤੋੜ ਦਾ ਮਤਲਬ ਸੀਗਾ ਕਿ ਮੈਂ ਵੱਡੇ ਮਗਰ ਮੱਛ ਜਿਹੜੇ ਨੇ ਔਰ ਖਾਸ ਤੌਰ ਤੇ ਜਿਹੜੇ ਇਸ ਸਮਗਲਿੰਗ ਦੇ ਵਿੱਚ ਜਿਹੜੀ ਸਮਗਲ ਹੁੰਦਾ ਹੈ ਨਸ਼ਾ ਜਿਹੜਾ, ਉਹਨਾਂ ਦੇ ਵੱਡੇ ਜਿਹੜੇ ਸਮਗਲਰ ਨੇ ਉਹਨਾਂ ਨੂੰ ਮੈਂ ਫੜ ਕੇ ਜੇਲ੍ਹ 'ਚ ਡੱਕਾਂਗਾ। ਆਪਾਂ ਨੂੰ ਪਤਾ ਹੈ ਕਿ ਪਿਛਲੇ 4 ਸਾਲਾਂ ਦੇ ਦੌਰਾਨ ਜਿਹੜੇ ਵਿਚਾਰੇ ਮਾੜਾ ਮੋਟਾ ਨਸ਼ਾ ਕਰਦੇ ਸੀਗੇ, ਮਾੜੇ ਮੋਟੇ ਜਿਹੜੇ 98 ਕੇ ਚੋਰ, ਇੱਕ ਮੁਨਸ਼ੀ ਪ੍ਰੇਮਚੰਦ ਜੀ ਦੀ ਕਹਾਣੀ ਹੈ ਔਰ ਉਹਦਾ ਨਾਮ ਹੈ 98 ਕੇ ਚੋਰ। ਮਤਲਬ ਉਹਨਾਂ ਨੂੰ ਜਿਹੜੇ ਗਰੀਬ ਬੰਦੇ ਹੁੰਦੇ ਆ ਉਹਨਾਂ ਨੂੰ ਉਹੀ ਚੋਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਔਰ ਇਸ ਤਰ੍ਹਾਂ ਦੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀਆਂ ਜੇਲਾਂ ਭਰ ਰਹੀਆਂ ਨੇ, ਇਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਅੰਦਰ ਡੱਕਤਾ, ਜੇਲਾਂ 'ਚ ਦੇਤਾ। ਸੋ ਜਿਹੜੇ ਵਿਚਾਰੇ ਛੋਟੇ ਛੋਟੇ ਆਪਣਾ ਨਸ਼ਾ ਪੱਤਾ ਖਾਣ ਵਾਲੇ ਜਿਹੜੇ ਕਿਸੇ ਮਜਬੂਰੀ 'ਚ ਕਰਦੇ ਆ ਔਰ ਗਰੀਬ ਲੋਕ ਨੇ, ਉਹਨਾਂ ਦੇ ਉੱਤੇ ਕੇਸ ਬਣਾ ਕੇ ਉਹਨਾਂ ਨੂੰ ਅੰਦਰ ਡੱਕਿਆ ਹੋਇਆ। ਸੋ ਇਹ ਤਾਂ ਨਸ਼ੇ ਦਾ ਗੱਲ ਹੈ। ਔਰ ਆਪਾਂ ਦੇਖਦੇ ਹਾਂ ਕਿ ਲਗਾਤਾਰ ਨਸ਼ਾ ਜਿਹੜਾ ਹੈਗਾ, ਤੁਸੀਂ ਪਿਛਲੇ ਸਾਲ ਦੇ ਵਿੱਚ ਕਰੋਨਾ ਦੇ ਦੌਰ ਦੇ ਵਿੱਚ ਜਿਵੇਂ ਸ਼ਰਾਬ ਦੀ ਸਮਗਲਿੰਗ ਹੋਈ ਹੈ ਔਰ ਸ਼ਰਾਬ ਮਾਫੀਆ ਨੇ ਅਰਬਾਂ ਰੁਪਇਆ ਜਿਹੜਾ ਹੈਗਾ ਇਸ ਸ਼ਰਾਬ ਦੇ ਵਿੱਚੋਂ ਕਮਾਇਆ ਕਰੋਨਾ ਦੇ ਦੌਰ ਦੇ ਵਿੱਚ। ਆਪਾਂ ਨੂੰ ਸਾਰਾ ਪਤਾ ਹੈ ਕੌਣ ਭੁੱਲਿਆ ਹੋਇਆ ਉਹਨਾਂ ਤੋਂ। ਸੋ ਇਸ ਕਰਕੇ ਮੈਂ ਕੁੱਲ ਮਿਲਾ ਕੇ ਕਹਿਣਾ ਚਾਹੁੰਦਾ ਕਿ ਜਿਹੜੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ ਉਹਨਾਂ ਦਾ ਮਤਲਬ ਉਹ ਕੋਈ ਪੂਰੇ ਨਹੀਂ ਹੋਏ ਔਰ ਲਗਾਤਾਰ ਲੋਕਾਂ ਨੂੰ 4 ਸਾਲ ਪਹਿਲਾਂ ਬੁੱਧੂ ਬਣਾਇਆ ਗਿਆ। ਹੁਣ ਅਗਲੇ ਸਾਲ ਜਿਹੜੇ ਨੇ ਲਾਸਟ ਈਅਰ ਹੈ ਉਹਨਾਂ ਦਾ, ਇਸ ਸਾਲ ਫੇਰ ਉਹ ਬੁੱਧੂ ਬਣਾਉਣ ਨੂੰ ਤਿਆਰ ਨੇ ਔਰ ਇਸ ਤੋਂ ਵੀ ਅੱਗੇ ਵੱਧ ਕੇ ਉਹ ਕਹਿੰਦੇ ਨੇ ਵੀ ਅਗਲੇ ਵੀ ਜਿਹੜੇ 5 ਸਾਲ ਹੋਰ ਨੇ। ਕਿਸੇ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਆਖਰੀ ਪਾਰੀ ਹੋਏਗੀ ਇਹ, ਕਿਉਂਕਿ ਮੇਰੀ ਸਿਹਤ ਅਲਾਓ ਨਹੀਂ ਕਰਦੀ।
ਹੁਣ ਉਹ ਕਹਿ ਰਹੇ ਨੇ ਮੈਂ weight ਘਟਾ ਲਿਆ 15 ਕਿਲੋ ਔਰ ਮੈਂ ਅਗਲੇ ਪਾਰੀ ਖੇਡਣ ਲਈ ਤਿਆਰ ਹੋਇਆ। ਸੋ ਇਸ ਕਰਕੇ ਸਾਰੀ ਜੁਮਲੇਬਾਜ਼ੀ ਹੈ। ਲੋਕਾਂ ਨੂੰ ਜਿੰਨਾ ਬੁੱਧੂ ਇਸ ਗਵਰਨਮੈਂਟ ਦੇ ਬਣਾਇਆ ਹੈ 4 ਸਾਲਾਂ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਪਿਛਲੇ 75 ਸਾਲਾਂ ਦੇ ਵਿੱਚ ਕਿਸੇ ਹੋਰ ਸਰਕਾਰ ਨੇ ਬਣਾਇਆ ਹੋਵੇਗਾ। ਸੋ ਇਹ ਸਾਰੀ ਜੁਮਲੇਬਾਜ਼ੀ, ਇੱਕ ਪਾਸੇ ਮੋਦੀ ਸਾਹਿਬ ਜੁਮਲੇਬਾਜ਼ੀ ਕਰ ਰਹੇ ਨੇ, ਕੀਤੀ ਆ ਉਹਨਾਂ ਨੇ, ਔਰ ਤੁਹਾਨੂੰ ਯਾਦ ਹੋਏਗਾ ਕਿ 15 ਲੱਖ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਖਾਤਿਆਂ 'ਚ ਆਏਗਾ ਲੋਕਾਂ ਦੇ, ਔਰ 2 ਕਰੋੜ ਨੌਕਰੀ। ਇੱਕ ਪਾਸੇ ਉਹ ਸੈਂਟਰ ਗਵਰਨਮੈਂਟ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ, ਇੱਕ ਪਾਸੇ ਸਾਡੀ ਸਟੇਟ ਜਿਹੜੀ ਹੈਗੀ ਹੈ, ਉਹ ਸਰਕਾਰ ਹੈ, ਉਹ ਸਾਨੂੰ ਬੁੱਧੂ ਬਣਾਈ ਜਾ ਰਹੀ ਹੈ। ਆਮ ਲੋਕ ਜਿਹੜੇ ਨੇ ਉਹ ਚੱਕੀ ਦੇ ਪੁੜਾਂ ਦੇ ਵਿੱਚ ਪਿਸਦੇ ਜਾ ਰਹੇ ਨੇ, ਔਰ ਲਗਾਤਾਰ ਜਿਹੜੇ ਨੇ ਸਾਡੀਆਂ ਜਿਹੜੀਆਂ ਸੱਤਾਸ਼ੀਲ ਜਿਹੜੇ ਹਾਕਮ ਧਿਰਾਂ ਨੇ ਉਹ ਸਾਨੂੰ ਬੁੱਧੂ ਬਣਾ ਕੇ ਅਗਲੇ ਸਾਲਾਂ ਦੇ ਵਿੱਚ ਫੇਰ ਉਹ ਤਿਆਰੀ ਕਸ ਰਹੀਆਂ ਨੇ। ਡਾਕਟਰ ਸਾਹਿਬ, ਇਸ ਵਾਅਦੇ ਨੂੰ ਕਿੱਦਾਂ ਦੇਖਦੇ ਹੋ? ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਕਿਹਾ ਹੀ ਨਹੀਂ ਕਿ ਨਸ਼ਿਆਂ ਦਾ ਖਾਤਮਾ ਕਰਨਾ, ਮੈਂ ਤਾਂ ਲੱਕ ਭੰਨਣ ਦੀ ਗੱਲ ਕੀਤੀ। ਹੁਣ ਉਹ ਹਰ ਵਾਅਦੇ ਦੇ ਉੱਤੇ ਕਹਿਣਗੇ, ਜੇ ਉਹਨਾਂ ਨੇ ਕਿਹਾ ਕਿ ਅਸੀਂ ਘਰ ਨੌਕਰੀ ਦੇਵਾਂਗੇ, ਉਹਨਾਂ ਨੇ ਕਹਿਣਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰੀ ਨੌਕਰੀ ਦੇਣੀ ਹੈ। ਉਹ ਜਿਹੜੇ ਰੋਜ਼ਗਾਰ ਮੇਲੇ ਲਗਾਏ, ਜਿਵੇਂ ਕਹਿੰਦੇ ਕਿ ਹਾਈਜੈਕ ਕਰ ਲਏ, ਜਿਹੜੇ ਕਾਲਜਾਂ 'ਚ ਪਹਿਲਾਂ ਲੱਗਦੇ ਹੁੰਦੇ ਸੀ ਉਹ ਕਰ ਦਿੱਤੇ ਉਹਨਾਂ ਨੇ। ਇਸ ਗੱਲ ਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਜਦੋਂ ਕਹਿੰਦੇ ਨੇ ਕਿ ਅਸੀਂ ਘਰ ਨੌਕਰੀ ਦੇ ਵਿੱਚ, ਹਾਲਾਂਕਿ ਇਹ ਬਿਆਨ ਕਲੀਅਰ ਨਹੀਂ ਹੋ ਰਿਹਾ ਕਿ ਸਰਕਾਰੀ ਨੌਕਰੀ ਦੀ ਗੱਲ ਕੀਤੀ ਕਿ ਪ੍ਰਾਈਵੇਟ ਨੌਕਰੀ ਦੀ ਗੱਲ ਕੀਤੀ, ਕਿਹੜੀ ਨੌਕਰੀ ਦੀ ਗੱਲ ਕੀਤੀ? ਦੇਖੋ, ਜਿਹੜੇ ਫਾਰਮ ਭਰੇ ਗਏ ਨੇ ਉਹਦੇ ਵਿੱਚ ਸਰਕਾਰੀ ਜੌਬ ਦਾ ਉਹਨਾਂ ਨੇ ਕਿਹਾ ਸੀਗਾ। ਇਹਦਾ ਮਤਲਬ ਸਿੱਧਾ, ਜਦੋਂ ਤੁਸੀਂ ਇੱਕ ਸਰਕਾਰ ਜਾਂ ਜਦੋਂ ਤੁਸੀਂ ਸਰਕਾਰ ਬਣਨੀ ਹੈ, ਜਦੋਂ ਤੁਸੀਂ ਲੋਕਾਂ ਨੂੰ ਜਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਫਾਰਮ ਭਰ ਕੇ ਦੇ ਰਹੇ ਹੋ, ਇਹਦਾ ਮਤਲਬ ਇਹ ਹੈ ਕਿ ਅਸੀਂ ਸਰਕਾਰੀ ਜੌਬ ਦੇਵਾਂਗੇ। ਇਹਦਾ ਮਤਲਬ ਸਿੱਧਾ ਮੀਨਿੰਗ ਇਹ ਨਿਕਲਦਾ ਸੀਗਾ ਕਿ ਜੇ ਹੁਣ ਉਹ ਮੁੱਕਰਦੇ ਨੇ, ਇਹਦਾ ਮਤਲਬ ਕਿ ਉਹ ਜੁਮਲੇਬਾਜ਼ੀ ਕਰ ਰਹੇ ਨੇ। ਸੋ ਇਸ ਕਰਕੇ ਇਹਦਾ ਫਾਰਮ ਭਰਨ ਦਾ ਮਤਲਬ ਇਹ ਸੀਗਾ, ਕਿਉਂਕਿ ਪ੍ਰਾਈਵੇਟ ਜੌਬ ਦੇ ਲਈ ਉਹਨਾਂ ਨੂੰ ਸਰਕਾਰੀ ਕੋਈ ਸਾਈਨ ਕਰਨ ਦੀ ਜਾਂ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਸਾਈਨ ਕਰਨ ਦੀ ਲੋੜ ਹੀ ਨਹੀਂ ਹੈ। ਉਹ ਤਾਂ ਤੁਹਾਨੂੰ ਲੋੜ ਦੇ ਵਿੱਚੋਂ ਡਿਮਾਂਡ ਐਂਡ ਸਪਲਾਈ ਹੈ। ਜਿਹੜੀ ਪ੍ਰਾਈਵੇਟ ਜੌਬ ਹੁੰਦੀ ਹੈ ਉਹ ਤਾਂ ਡਿਮਾਂਡ ਔਰ ਸਪਲਾਈ ਦੇ ਉੱਤੇ ਨਿਰਭਰ ਕਰਦੀ ਹੈ ਕਿ ਜਿਹਨੂੰ ਲੋੜ ਹੈ, ਡਿਮਾਂਡ ਹੈ ਜਿਸ ਚੀਜ਼ ਦੀ, ਉਹਨਾਂ ਨੇ ਸਪਲਾਈ ਹੋ ਜਾਣੀ ਹੈ, ਉਹਨੂੰ ਜੌਬ ਮਿਲ ਜਾਣੀ ਹੈ। ਸੋ ਉਹਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਹੈ। ਰੌਲਾ ਸਿਰਫ ਗਵਰਨਮੈਂਟ ਦੀਆਂ ਜਿਹੜੀਆਂ ਜੌਬਸ ਨੇ, ਔਰ ਗਵਰਨਮੈਂਟ ਦੀਆਂ ਵੀ ਇੱਥੋਂ ਤੱਕ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਯਾਦ ਹੋਏਗਾ ਕਿ ਕੁਝ ਸਾਲ ਪਹਿਲਾਂ ਜਿਹੜੇ ਟੀਚਰ ਸਾਹਿਬਾਨ ਸੀ ਸਾਡੇ, ਉਹਨਾਂ ਨੂੰ 50 ਹਜ਼ਾਰ ਰੁਪਇਆ ਨੌਕਰੀ ਦਾ ਮਹੀਨੇ ਦਾ ਮਿਲਦਾ ਸੀਗਾ। ਉਹਨਾਂ ਨੂੰ ਇਹ ਕਹਿ ਕੇ 15,000 ਉਹਨਾਂ ਦਾ ਕੀਤਾ ਗਿਆ ਕਿ ਜੇ ਤਾਂ ਪੱਕੇ ਹੋਣਾ ਤੁਸੀਂ 15,000 ਲੈ ਲਓ, ਨਹੀਂ ਤਾਂ ਨੌਕਰੀ ਛੱਡ ਦਿਓ। ਸੋ ਇਸ ਕਰਕੇ ਇੱਕ ਪਾਸੇ ਤਾਂ ਇਹਨਾਂ ਨੇ ਉਹ ਘੱਟ ਕੀਤੇ, ਦੂਸਰੇ ਪਾਸੇ ਨੌਕਰੀਆਂ ਦੇ ਉੱਤੇ ਕੱਟ ਲਾਇਆ ਲਗਾਤਾਰ। ਮੈਂ ਜਦੋਂ ਆਪਾਂ ਹੁਣ ਸਰਕਾਰੀ ਜੌਬ ਦੀ ਗੱਲ ਕਰ ਰਹੇ ਹਾਂ ਕਿ 1996 ਤੋਂ ਬਾਅਦ ਕਿਸੇ ਵੀ ਕਾਲਜ ਦੇ ਵਿੱਚ ਜਿਹੜੀਆਂ ਭਰਤੀਆਂ ਹੁੰਦੀਆਂ ਸੀਗੀਆਂ ਉਹ ਭਰਤੀਆਂ ਨਹੀਂ ਹੋਈਆਂ, ਔਰ ਲਗਾਤਾਰ ਕਾਲਜ ਜਿਹੜੇ ਨੇ ਉਹ ਖਾਲੀ ਹੋ ਰਹੇ ਨੇ। ਖਾਸ ਤੌਰ ਤੇ ਜਿਹੜੇ ਸਰਕਾਰੀ ਕਾਲਜ ਦੀ ਮੈਂ ਗੱਲ ਕਰ ਰਿਹਾ, ਤੁਸੀਂ ਦੇਖੋਗੇ ਕਿ ਉਹਨਾਂ ਨੂੰ ਜਿਹੜੇ ਨੇ ਕੋਈ 10,000 ਕੋਈ 15,000 ਜਿਹੜਾ ਹੈਗਾ ਪ੍ਰੋਫੈਸਰ ਸਾਹਿਬਾਨ ਉਹ ਲੈ ਰਹੇ ਨੇ, ਔਰ ਕਾਲਜ ਚਲਾ ਰਹੇ ਨੇ ਇਹਨਾਂ ਦੇ ਸਹਾਰੇ। ਸੋ ਇੱਕ ਪਾਸੇ ਤਾਂ ਇਹ ਆਲਮ ਹੋਇਆ ਪਿਆ, ਔਰ ਤੁਸੀਂ ਮੁਲਾਜ਼ਮਾਂ ਦੀ ਗੱਲ ਕਰਦੇ ਆ ਆਪਾਂ ਕਿ ਹਰ ਰੋਜ਼ ਕੈਪਟਨ ਸਾਹਿਬ ਦਾ ਜਿਹੜਾ ਮਹਿਲ ਹੈ ਪਟਿਆਲੇ ਦੇ ਵਿੱਚ, ਉਹਨੂੰ ਘੇਰਿਆ ਜਾ ਰਿਹਾ ਹੈ। ਔਰ ਜਦੋਂ ਲੋਕ ਘੇਰਦੇ ਆ, ਜਦੋਂ ਲੋਕ ਨੌਕਰੀਆਂ ਮੰਗ ਰਹੇ ਆ, ਤਾਂ ਉਹਨਾਂ ਦੇ ਉੱਤੇ, ਸਾਡੀਆਂ ਭੈਣਾਂ ਦੇ ਉੱਤੇ ਉਹਨਾਂ ਦੀਆਂ ਚੁੰਨੀਆਂ ਉਛਾਲੀਆਂ ਜਾਂਦੀਆਂ ਨੇ, ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ। ਅਸੀਂ ਹਰ ਰੋਜ਼ ਅਖਬਾਰਾਂ ਦੇ ਵਿੱਚ ਇਹ ਪੜ੍ਹ ਰਹੇ ਹਾਂ ਚੀਜ਼ਾਂ। ਸੋ ਇਹ ਗੱਲਾਂ ਕਰਨੀਆਂ ਕਿ ਸਾਰੇ ਵਾਅਦੇ ਪੂਰੇ ਹੋ ਗਏ, 84% ਪੂਰੇ ਹੋ ਗਏ, ਹੌਲੀ ਹੌਲੀ ਉਹ ਕਹਿਣਗੇ ਅਸੀਂ ਤਾਂ ਜੀ 100 ਤੋਂ ਵੀ ਉੱਤੇ, 100% ਤੋਂ ਵੀ ਉੱਤੇ ਜਿਹੜਾ ਹੈਗਾ ਵਾਅਦੇ ਪੂਰੇ ਕਰਤੇ। ਸੋ ਇਹ ਗੱਲਾਂ ਜਿਹੜੀ ਜੁਮਲੇਬਾਜ਼ੀ ਜਿਹੜੀ ਹੈਗੀ, ਹੁਣ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਸਮਝਣਾ ਚਾਹੀਦਾ ਹੈ ਔਰ ਸੋਚਣਾ ਚਾਹੀਦਾ ਹੈ। ਮੈਂ ਆਪਾਂ ਇਹ ਮੰਨੀਏ ਕਿ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਤੇ ਹੀ ਚੱਲਿਆ ਜਾ ਰਿਹਾ, ਉਹਨੂੰ ਹੀ ਅਮਲੀ ਜਮਾ ਪਹਿਨਾਇਆ ਜਾ ਰਿਹਾ ਕਿ ਜਿਵੇਂ ਆਪਾਂ ਦੇਖੀਏ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਉਹਦੇ ਤੇ ਵੀ ਸਰਕਾਰ ਕਿੱਦਾਂ ਹੁਣ ਆਪਣਾ ਜਵਾਬ ਤਲਬ ਕਰੂਗੀ ਕਿ ਅਸੀਂ ਕੀ ਕੀਤਾ। ਜਦੋਂ ਸੰਪੂਰਨ ਕਰਜ਼ਾ ਮਾਫੀ ਦੀ ਗੱਲ ਆਉਂਦੀ ਹੈ ਕਿ ਉਹਨਾਂ ਤੋਂ ਨਹੀਂ ਨਾ ਭੱਜ ਸਕਦੇ ਕਿ ਅਸੀਂ ਆਹ ਵਾਅਦੇ ਕੀਤੇ ਸੀਗੇ। ਜਿਵੇਂ ਕਿਹਾ ਜਾਂਦਾ ਹੈ ਕਿ ਇਹਨਾਂ ਵਾਅਦਿਆਂ ਨੂੰ ਜੇ ਕਾਨੂੰਨੀ ਦਾਇਰੇ ਦੇ ਵਿੱਚ ਮੈਨੀਫੈਸਟੋ ਨੂੰ ਰੱਖ ਲਿਆ ਜਾਵੇ ਤਾਂ ਸ਼ਾਇਦ ਕੋਈ ਸੁਧਾਰ ਹੋ ਸਕਦਾ, ਸ਼ਾਇਦ ਇਹ ਲੋਕ ਉਹਨਾਂ ਚੀਜ਼ਾਂ ਤੋਂ ਡਰਨ। ਕੀ ਮੰਨਦੇ ਹੋ ਕਿ ਹੋਣਾ ਚਾਹੀਦਾ ਤੇ ਕਿੱਦਾਂ ਦਾ ਹੋਣਾ ਚਾਹੀਦਾ? ਬਿਲਕੁਲ, ਇਹ ਹੋਣਾ ਹੀ ਚਾਹੀਦਾ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਇਹ ਗੱਲ ਉੱਠ ਰਹੀ ਹੈ ਕਿ ਜਿਹੜੇ ਵੀ ਵਾਅਦੇ ਉਹ ਕਰਦੇ ਆ, ਖਾਸ ਤੌਰ ਤੇ ਜਿਹੜੇ ਲਿਖਤੀ ਵਾਅਦੇ ਹੁੰਦੇ ਆ,
ਜਦੋਂ ਤੁਸੀਂ ਇੱਕ ਸਾਈਨ ਕਰਕੇ ਦੇ ਰਹੇ ਹੋ ਤਾਂ ਲਾਜ਼ਮੀ ਤੌਰ ਤੇ ਉਸ ਨੂੰ ਤਾਂ ਕਾਨੂੰਨੀ ਦਾਇਰੇ ਦੇ ਵਿੱਚ ਆਉਣਾ ਚਾਹੀਦਾ ਹੈ। ਔਰ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਲਗਾਤਾਰ ਜਿਹੜੇ ਸੀ ਫਾਰਮ ਤੇ ਫਾਰਮ ਸਾਈਨ ਕੀਤੇ ਔਰ ਇਹ ਕਿਹਾ, ਔਰ ਪ੍ਰਸ਼ਾਂਤ ਕਿਸ਼ੋਰ ਦੀ ਤੁਸੀਂ ਗੱਲ ਕੀਤੀ ਹੈ। ਹੁਣ ਇਹ ਹੋ ਰਿਹਾ ਕਿ ਜਿਹੜੀ ਸਭ ਤੋਂ ਖਤਰਨਾਕ ਗੱਲ ਹੋ ਰਹੀ ਹੈ, ਇੱਥੇ ਮੈਂ ਕਲੀਅਰ ਕਰਨੀ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਪਿਛਲੇ ਵਾਰੀ ਜਦੋਂ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਇਹਨਾਂ ਨੇ ਰੱਖਿਆ ਸੀਗਾ, ਆਪਣਾ ਸਾਰਾ ਕੁਝ ਕਰਤਾ ਧਰਤਾ ਔਰ ਸਾਰਾ ਕੁਝ ਉਹਨਾਂ ਦੇ ਉੱਤੋਂ ਸੁਪਨੇ ਪੰਜਾਬ ਦੇ ਨੌਜਵਾਨਾਂ ਦੇ ਉਹਨਾਂ ਤੋਂ ਵਿਕਵਾਏ ਸੀਗੇ, ਉਦੋਂ ਕਾਂਗਰਸ ਪਾਰਟੀ ਨੇ ਲੱਖਾਂ ਕਰੋੜਾਂ ਰੁਪਇਆ ਉਹਨਾਂ ਨੂੰ ਆਪਣੀ ਜੇਬ ਤੋਂ ਦਿੱਤਾ ਸੀਗਾ। ਅੱਜ ਕੀ ਹੋ ਰਿਹਾ? ਅੱਜ ਉਹੀ ਪ੍ਰਸ਼ਾਂਤ ਕਿਸ਼ੋਰ ਨੂੰ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਪੈਸਾ ਹੈ, ਸਾਡਾ ਜਿਹੜਾ ਲੋਕਾਂ ਦਾ ਪੈਸਾ ਹੈ, ਪੰਜਾਬੀਆਂ ਦਾ ਪੈਸਾ ਹੈ, ਲੱਖਾਂ ਕਰੋੜਾਂ ਰੁਪਈਆ ਤਨਖਾਹ ਦੇ ਤੌਰ ਤੇ ਜਾਂ ਹੋਰ ਸਹੂਲਤਾਂ ਦੇ ਤੌਰ ਤੇ ਅੱਜ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਚੁਣ ਲਿਆ ਕਿ ਇਸ ਬੰਦੇ ਨੂੰ ਅਸੀਂ ਤਾਂ ਕਿ ਇਹ ਲੋਕਾਂ ਨੂੰ ਦੇ ਜਿਹੜੇ ਸੁਪਨੇ ਸੀਗੇ ਉਹਨਾਂ ਨੂੰ ਵੇਚ ਕੇ ਇਹਨਾਂ ਨੂੰ ਅਸੀਂ ਪੈਸਾ ਕੌਣ ਦੇਵੇਗਾ? ਪਹਿਲਾਂ ਕਾਂਗਰਸ ਪਾਰਟੀ ਦਿੰਦੀ ਸੀ, ਹੁਣ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਣਾ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਬੜੀ ਚਲਾਕੀ ਦੇ ਨਾਲ ਉਹਨਾਂ ਨੂੰ 1 ਸਾਲ ਪਹਿਲਾਂ ਮਤਲਬ ਆਪਣਾ ਕੈਬਨਿਟ ਮੰਤਰੀ ਦਾ ਅਹੁਦਾ ਦੇ ਕੇ ਇੱਥੇ ਲਿਆਂਦਾ ਗਿਆ ਤਾਂ ਕਿ ਉਹ ਅਗਲੀ ਪਾਰੀ ਜਿਹੜੀ ਹੈਗੀ ਉਹਨਾਂ ਨੂੰ ਜਿਤਾ ਕੇ ਫਿਰ ਸੱਤਾ ਜਿਹੜੀ ਹੈਗੀ ਆ ਉਹਨਾਂ ਨੂੰ ਸੌਂਪ ਸਕੇ। ਸੋ ਇਹ ਇੱਕ ਬਹੁਤ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਹੈ। ਡਾਕਟਰ ਸਾਹਿਬ, ਬਾਕੀ ਗੱਲਾਂ ਦਾ ਵੀ ਲੋਕ ਹਿਸਾਬ ਮੰਗਣਗੇ। ਬੇਅਦਬੀ ਕੇਸਾਂ ਦਾ, ਗੋਲੀ ਕਾਂਡ ਵਾਲੇ ਮਾਮਲੇ ਹੋਏ ਜਿਨ੍ਹਾਂ ਨੂੰ ਲੈ ਕੇ ਵਿਧਾਨ ਸਭਾ ਤੱਕ ਰਿਪੋਰਟਾਂ ਪਹੁੰਚੀਆਂ। ਹੁਣ ਕੈਪਟਨ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ FIR ਦਰਜ ਹੋ ਚੁੱਕੀਆਂ, ਜਿਵੇਂ ਆ ਦੂਜੇ ਮਾਮਲੇ ਸ਼ਰਾਬ ਮਾਫੀਆ ਦਾ ਮਾਮਲਾ ਆਇਆ ਜਦੋਂ ਇੱਥੇ ਫੈਕਟਰੀਆਂ ਦਾ ਪਰਦਾਫਾਸ਼ ਹੋਇਆ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ, ਖੰਨੇ ਵਾਲੇ ਪਾਸੇ, ਘਨੌਰ ਵਾਲੇ ਪਾਸੇ, ਤੇ ਉਹ ਕਹਿੰਦੇ ਕਿ FIR ਦਰਜ ਹੋ ਚੁੱਕੀਆਂ। ਉਹਨਾਂ ਨੂੰ ਸਵਾਲ ਹੁੰਦਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਦਰਜ ਹੈ ਕੋਈ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ? ਉਹ ਕਹਿੰਦੇ ਕਿ ਇਹਦੇ ਬਾਰੇ SIT ਜਾਂ ਜਿਹੜੀ ਕਮਿਸ਼ਨ ਜਿਹੜਾ ਵੀ ਬੈਠਾ ਉਹਦੇ ਤੇ ਉਹ ਦੱਸ ਸਕਦੇ ਨੇ ਜਿਹੜੇ ਜਾਂਚ ਕਰ ਰਹੇ ਨੇ। ਤੇ ਦੂਜੀ ਗੱਲ ਇਹ ਕਿ ਕੀ ਇਹਨਾਂ ਕੇਸਾਂ ਦਾ ਇਸ ਕਾਰਜਕਾਲ ਦੌਰਾਨ ਹੀ ਤਾਣ ਪੱਤਰ ਲੱਗਣ ਦਾ ਕੋਈ ਚਾਂਸ ਹੈ ਜਾਂ ਅਗਲੇ ਦੇ ਲਈ ਕਿ ਮਸਾਲਾ ਰੱਖਿਆ ਗਿਆ ਕਿ ਚੋਣਾਂ ਦੇ ਦੌਰਾਨ ਇਹਨੂੰ ਬਾਹਰ ਕੱਢ ਕੇ ਲਿਆਂਦਾ ਜਾਏਗਾ ਜਾਂ ਉਹਨਾਂ ਬੰਦਿਆਂ ਨੂੰ ਦਿਖਾਇਆ ਜਾਵੇਗਾ ਕਿ ਅਸੀਂ ਗਲੋਂ ਫੜ ਕੇ ਕਿਵੇਂ ਅੱਗੇ ਕੀਤਾ? ਦੇਖੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚੋਣਾਂ ਦੇ ਦੌਰਾਨ ਜਿਹੜੀਆਂ ਇਹ ਚੀਜ਼ਾਂ ਹੋਣਗੀਆਂ, ਪਰ ਜਿਹੜਾ ਇਹਦਾ ਅੰਜਾਮ ਤੱਕ ਜਿਹੜੀ ਇਹ ਚੀਜ਼ਾਂ ਪਹੁੰਚਣ ਦੀ ਜਿਹੜੀ ਗੱਲ ਵਾਅਦਾ ਕੀਤਾ ਸੀਗਾ ਕੈਪਟਨ ਸਾਹਿਬ ਨੇ ਕਿ ਮੈਂ ਇਸ ਘਟਨਾ ਨੂੰ ਅੰਜਾਮ ਤੱਕ ਲੈ ਕੇ ਜਾਵਾਂਗਾ। ਅੰਜਾਮ ਤੱਕ ਤੋਂ ਕੀ ਭਾਵ ਸੀ ਉਹਨਾਂ ਦਾ ਕਿ ਇਹਦੇ ਲਈ ਦੇਖੋ, ਜਦੋਂ ਵੀ ਕੋਈ ਏਡੀ ਵੱਡੀ ਘਟਨਾ ਕਿਸੇ ਖੇਤਰ ਦੇ ਵਿੱਚ ਵਾਪਰਦੀ ਹੈ ਤਾਂ ਲਾਜ਼ਮੀ ਤੌਰ ਤੇ ਉਸ ਸਟੇਟ ਦਾ ਮੁੱਖ ਮੰਤਰੀ ਔਰ ਉਸ ਸਟੇਟ ਦਾ ਜਿਹੜਾ ਗ੍ਰਹਿ ਮੰਤਰੀ ਹੁੰਦਾ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੁੰਦਾ ਹੈ। ਹੁਣ ਕੈਪਟਨ ਸਾਹਿਬ ਕੀ ਕਹਿ ਰਹੇ ਨੇ? ਕੈਪਟਨ ਸਾਹਿਬ ਜਿਹੜੇ ਉੱਥੋਂ ਉਸ ਵੇਲੇ ਦੇ ਅਧਿਕਾਰੀ ਸੀਗੇ ਉਹਨਾਂ ਦੇ ਉੱਤੇ ਸੁੱਟ ਰਹੇ ਨੇ ਔਰ ਉਹਦੇ ਵਿੱਚ ਪੁਲਿਸ ਅਧਿਕਾਰੀ ਵੀ ਸ਼ਾਮਲ ਨੇ, ਉਹਨਾਂ ਦੇ ਵਿੱਚ ਹੋਰ ਅਧਿਕਾਰੀ ਵੀ ਜਿਹੜੀ ਉਹ ਬਾਰ-ਬਾਰ ਕਹਿ ਰਹੇ ਨੇ ਕਿ ਸਿੱਟ ਫੈਸਲਾ ਕਰੇਗੀ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਸਿੱਧਾ ਵੱਡੇ ਮਗਰਮੱਛਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ? ਜਿਹੜੇ ਵਾਅਦੇ ਜਿਹੜੇ ਲੋਕ ਕਹਿ ਰਹੇ ਸੀ ਕਿ ਜਿਹੜੇ ਅਸਲੀ ਲੋਕ ਜ਼ਿੰਮੇਵਾਰ ਨੇ ਇਹਦੇ, ਉਹ ਤਾਂ ਜਿਹੜੇ ਮੋਹਰੇ ਨੇ, ਜਿਹੜਾ ਅਧਿਕਾਰੀ ਹੁੰਦਾ ਹੈ ਉਹਨੇ ਤਾਂ ਜੋ ਉੱਪਰੋਂ ਕਾਨੂੰਨ ਆਉਂਦਾ ਹੈ ਜਾਂ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ, ਉੱਪਰੋਂ ਉਹਨਾਂ ਨੇ ਫੈਸਲਾ ਜੋ ਆਇਆ ਹੁੰਦਾ ਉਹਨੂੰ ਲਾਗੂ ਕਰਕੇ ਉੱਥੇ ਲੋਕਾਂ ਨੂੰ ਦੱਸਣਾ ਹੁੰਦਾ ਹੈ। ਬਟ ਇੱਥੇ ਕੀ ਹੋਇਆ ਕਿ ਉਹ ਕਹਿ ਰਹੇ ਨੇ ਵੀ ਜਿਹੜੇ ਮੋਹਰਿਆਂ ਨੂੰ ਤੁਸੀਂ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਅਸੀਂ, ਇਹ ਬਾਰ-ਬਾਰ ਗੱਲ ਉੱਠ ਰਹੀ ਹੈ। ਪਰ ਉਹਦੇ ਪਿੱਛੇ ਜਿਹੜੀ ਕਾਰਜਸ਼ੀਲਤਾ ਹੈ, ਉਹਦੇ ਪਿੱਛੇ ਜਿਹੜੇ ਲੋਕ ਨੇ, ਉਹਨਾਂ ਨੂੰ ਜਿੰਨੀ ਦੇਰ ਤੁਸੀਂ ਨਹੀਂ ਫੜੋਗੇ ਉਨੀ ਦੇਰ ਲੋਕ, ਮੈਨੂੰ ਲੱਗਦਾ ਕਿ ਇਹ ਮਹਿਸੂਸ ਕਰਦੇ ਆ ਕਿ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਹੈਗਾ ਬੁੱਧੂ ਬਣਾਇਆ ਜਾ ਰਿਹਾ ਔਰ ਸਿੱਟ ਦੇ ਜ਼ਰੀਏ ਉਹਨਾਂ ਦੇ ਜਿਹੜੇ ਅਸਲੀ ਨੁਮਾਇੰਦੇ ਨੇ, ਉਹ ਘਟਨਾਵਾਂ ਦੇ ਜ਼ਿੰਮੇਵਾਰ ਲੋਕ ਨੇ, ਉਹਨਾਂ ਨੂੰ ਜਿਹੜਾ ਹੈਗਾ ਛੱਡਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ, ਨਵਜੋਤ ਸਿੱਧੂ ਦੀਆਂ ਦੁਹਾਈਆਂ ਨੂੰ ਕਿੱਦਾਂ ਦੇਖਦੇ ਹੋ? ਸਿੱਧੂ ਸਾਹਿਬ ਦੀ ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਆ, ਹੁਣ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸਿੱਧੂ ਨੇ ਟਾਈਮ ਲਿਆ। ਕੀ ਲੱਗਦਾ ਹੈ ਕਿ ਸਿੱਧੂ ਸਾਹਿਬ ਵਾਪਸੀ ਕਰਨਗੇ, ਕੋਈ ਪੰਜਾਬ ਦੇ ਮੁੱਦੇ ਦੇ ਉੱਤੇ ਸਟੈਂਡ ਲੈ ਕੇ ਰੱਖਣਗੇ, ਜਾਂ ਫਿਰ ਉਦਾਂ ਹੀ ਕਿ ਬਸ ਚੋਣਾਂ ਜਿੱਤੀਆਂ ਤੇ ਉਸ ਤੋਂ ਬਾਅਦ ਫਿਰ ਆਪਣੇ ਘਰ ਪਰਤੇ ਤੇ ਫਿਰ ਉਵੇਂ ਜਿਵੇਂ ਚੱਲੀ ਗਿਆ? ਦੇਖੋ, ਪਿਛਲੇ 4 ਸਾਲਾਂ ਦੇ ਦੌਰਾਨ ਜੋ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਧੂ ਸਾਹਿਬ ਨੂੰ ਜਿਵੇਂ ਖੁੱਡੇ ਲੈਣ ਲਾਇਆ ਗਿਆ ਔਰ ਸਿੱਧੂ ਸਾਹਿਬ ਦੀ ਜਿਵੇਂ ਤੋਹੀਨ ਕੀਤੀ ਗਈ, ਚਾਹੇ ਕਿਸੇ ਵੀ ਮਾਮਲੇ 'ਚ ਹੋਵੇ। ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਰੈਲੀਆਂ ਦੇ ਵਿੱਚ ਉਹ ਸਿੱਧੂ ਸਾਹਿਬ ਨੇ ਆਪਣੀ ਭੜਾਸ ਕੱਢੀ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਆਪਣੀ ਭੜਾਸ ਕੱਢਦੇ ਰਹੇ ਨੇ, ਪਰ ਉਹਨਾਂ ਕੋਲੋਂ ਮਹਿਕਮਾ ਖੋਹ ਲੈਣਾ,
ਉਹਨਾਂ ਕੋਲੋਂ ਵੱਡੇ ਵੱਡੇ ਜਿਹੜੇ ਅਹੁਦੇ ਸੀ ਉਹ ਖੋਹ ਲੈਣੇ ਔਰ ਉਹਨਾਂ ਨੂੰ ਨਿਹੱਥਾ ਕਰ ਦੇਣਾ। ਔਰ ਕੱਲੇ ਉਹਨਾਂ ਨੂੰ ਨਹੀਂ ਕਿ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਕੋਟਰੀ ਹੈ, ਚੰਗੇ ਲੋਕ ਨੇ, ਪ੍ਰਗਟ ਸਿੰਘ ਜਾਂ ਹੋਰ ਜਿਹੜੇ ਚੰਗੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਲੀਡਰਸ਼ਿਪ ਹੈ, ਉਹਨਾਂ ਨੂੰ ਖੁੱਡੇ ਨਾਲ ਲਾ ਕੇ ਰੱਖਣਾ, ਇਹ ਇੱਕ ਮੈਨੂੰ ਲੱਗਦਾ ਪੰਜਾਬ ਦੇ ਲਈ ਬਦਕਿਸਮਤੀ ਸੀਗੀ। ਔਰ ਸਿੱਧੂ ਸਾਹਿਬ ਨੇ, ਕਿਉਂਕਿ ਬਹੁਤ ਵੱਡੇ ਲੋਕ ਉਹਨਾਂ ਨੂੰ ਚਾਹੁੰਦੇ ਨੇ, ਇੱਕ ਵੱਡੇ ਨੇਤਾ ਨੇ, ਔਰ ਜੋ ਕਰਤਾਰਪੁਰ ਸਾਹਿਬ ਦਾ ਜੋ ਲਾਂਘਾ ਨੂੰ ਖੁਲਵਾਉਣ ਦੇ ਵਿੱਚ ਉਹਨਾਂ ਦਾ ਰੋਲ ਰਿਹਾ ਹੈ, ਉਹ ਇੱਕ ਇਤਿਹਾਸਕ ਰੋਲ ਰਿਹਾ। ਉਸ ਨੂੰ ਕਿਤੇ ਦਾ ਉਹਨਾਂ ਨੂੰ, ਕਾਂਗਰਸ ਨੂੰ ਇਹ ਚਾਹੀਦਾ ਸੀਗਾ ਕਿ ਸਿੱਧੂ ਸਾਹਿਬ ਨੂੰ ਅੱਗੇ ਲਾ ਕੇ ਉਹਨਾਂ ਨੂੰ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਅਗਲੀ ਲਾਈਨ ਜਿਹੜੀ ਹੈ ਤਿਆਰ ਕਰਨੀ ਚਾਹੀਦੀ ਸੀਗੀ। ਦੂਸਰੇ ਪਾਸੇ ਉਹਨਾਂ ਨੂੰ ਖੁੱਡੇ ਲਾਈਨ ਜਦੋਂ ਲਾ ਕੇ ਰੱਖਿਆ ਔਰ ਇਸ ਵੇਲੇ ਹਰੀਸ਼ ਰਾਵਤ ਜੀ ਦੇ ਕਹਿਣ ਦੇ ਉੱਤੇ ਉੱਪਰੋਂ ਪ੍ਰੈਸ਼ਰ ਬਣਾ ਕੇ ਇੱਕ ਦੂਜੇ ਦੀਆਂ ਜੱਫੀਆਂ ਪਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ, ਇਹ ਬਹੁਤੀ ਦੇਰ ਨਹੀਂ ਚੱਲਦੀ ਹੁੰਦੀ। ਤੁਸੀਂ ਉੱਪਰੋਂ ਪ੍ਰੈਸ਼ਰ ਮੰਨ ਲਿਆ ਕਿ ਹੁਣ ਕਿਉਂਕਿ ਇਲੈਕਸ਼ਨਾਂ ਨੇ, ਹੁਣ ਉੱਪਰੋਂ ਪ੍ਰੈਸ਼ਰ ਬਣ ਰਿਹਾ ਕਿ ਸਿੱਧੂ ਸਾਹਿਬ ਨੂੰ ਨੇੜੇ ਲਾਓ ਤਾਂ ਕਿ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਕਾਂਗਰਸ ਦਾ ਕੋਈ ਸਮੱਸਿਆ ਨਹੀਂ ਹੈ। ਇਹ ਮੈਨੂੰ ਲੱਗਦਾ ਕਿ ਬਹੁਤੀ ਦੇਰ ਨਹੀਂ ਚੱਲੇਗਾ। ਜੋ ਇੱਕ ਤਰੇੜਾਂ ਪੈ ਚੁੱਕੀਆਂ ਨੇ ਹੁਣ ਤੱਕ ਜਿਹੜੀ ਕਾਂਗਰਸ ਦੇ ਵਿੱਚ, ਬਹੁਤ ਇੱਕ ਵੱਡੀਆਂ ਤਰੇੜਾਂ ਨੇ। ਕੱਲਾ ਸਿੱਧੂ ਸਾਹਿਬ ਨਹੀਂ, ਤੁਸੀਂ ਦੁੱਲੋ ਸਾਹਿਬ ਦੀ ਗੱਲ ਕਰ ਲਓ, ਤੁਸੀਂ ਪ੍ਰਤਾਪ ਬਾਜਵਾ ਦੀ ਗੱਲ ਕਰ ਲਓ, ਜਿਹੜੇ ਵੱਡੇ ਨੇਤਾ ਕਿਸੇ ਵੇਲੇ ਰਹੇ ਨੇ ਔਰ ਅੱਜ ਵੀ ਨੇ। ਔਰ ਇਹ ਸਾਰੇ ਲੋਕ ਜਿਹੜੇ ਨੇ ਔਰ ਇਹ ਕਹਿ ਵੀ ਚੁੱਕੇ ਨੇ ਕਿ ਭਾਈ ਜੇ ਕੈਪਟਨ ਸਾਹਿਬ ਨੂੰ ਚਿਹਰਾ ਬਣਾਓਗੇ ਅਗਲੀਆਂ ਚੋਣਾਂ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਲੋਕ ਜਿਹੜੇ ਨੇ ਆਪਣੇ ਵਾਅਦੇ ਜਿਹੜੇ ਨੇ ਉਹ ਪੂਰੇ ਕਰਨ ਲਈ ਇਹਨਾਂ ਦੇ ਉੱਤੇ ਆਵਾਜ਼ ਉਂਗਲ ਚੁੱਕਣਗੇ। ਸੋ ਇਹ ਗੱਲ ਬਾਰ-ਬਾਰ ਹੋ ਚੁੱਕੀ ਹੈ। ਦੂਜੇ ਪਾਸੇ ਕੈਪਟਨ ਸਾਹਿਬ ਜੋ ਅੱਜ ਆਪਣੀ ਗੱਲ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ 84% ਜਿਹੜੇ ਨੇ ਇਹ ਕਰਤੇ, ਔਰ ਸਿੱਧੂ ਸਾਹਿਬ ਬਾਰੇ ਤੁਸੀਂ ਗੱਲ ਉੱਪਰੋਂ ਪ੍ਰੈਸ਼ਰ ਦੇ ਨਾਲ ਨਹੀਂ ਬਣੇਗੀ ਜਿੰਨੀ ਦੇਰ ਅੰਦਰੋਂ ਦਿਲ ਨਹੀਂ ਮਿਲਦੇ। ਦਿਲ ਉਹਨਾਂ ਦੇ ਮਿਲ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਵਿਚਾਰਧਾਰਕ ਟਕਰਾਅ ਨੇ। ਵਿਚਾਰਧਾਰਕ ਟਕਰਾਅ ਹੋਣ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤਾ ਦੇਰ ਨੇਪਰੇ ਨਹੀਂ ਚੜ ਸਕਦੀਆਂ। ਇਸ ਕਰਕੇ ਉਤੋਂ ਉਹਨਾਂ ਨੂੰ ਲੱਗੂਗਾ ਕਿ ਸ਼ਾਇਦ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਵਿੱਚੋਂ ਜਿਹੜੀਆਂ ਤਰੇੜਾਂ ਨੇ ਉਸੇ ਤਰ੍ਹਾਂ ਹੀ ਜਾਰੀ ਜਿਹੜੀਆਂ। ਕੀ ਲੱਗਦਾ ਕਿ ਸਿੱਧੂ ਸਾਹਿਬ ਨੂੰ ਕੋਈ ਆਪਣਾ ਸਟੈਂਡ ਕਲੀਅਰ ਕਰ ਦੇਣਾ ਚਾਹੀਦਾ ਜਾਂ ਫਿਰ ਉਹ ਪਾਰਟੀ ਤੋਂ ਬਾਹਰ ਆਉਣ ਦੀ ਤਿਆਰੀ ਕੋਈ ਕਰ ਰਹੇ ਨੇ, ਕੋਈ ਨਵੀਂ ਪਾਰਟੀ ਲਿਆਉਣ ਦੀ ਤਿਆਰੀ? ਕਿਉਂਕਿ ਜਿਹੜੇ ਉਹਨਾਂ ਨੇ ਮੁੱਦੇ ਰੱਖੇ ਹੁਣ ਤੱਕ, ਉਹ ਅੱਜ ਤੱਕ ਉਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਨਿਕਲਿਆ, ਉੱਥੇ ਦੇ ਉੱਥੇ ਲਟਕੇ ਹੋਏ ਨੇ। ਦੇਖੋ, ਉਹਨਾਂ ਨੂੰ ਪਾਰਟੀ 'ਚ ਰਹਿਣਾ ਚਾਹੀਦਾ ਹੈ, ਛੱਡਣਾ ਚਾਹੀਦਾ ਹੈ ਜਾਂ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ, ਇਹ ਇੱਕ ਉਹਨਾਂ ਦਾ ਮਸਲਾ ਹੈ। ਪਰ ਜਿਹੜਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਪਿਛਲੇ 4 ਸਾਲਾਂ ਦਾ ਕਿ ਜਿਵੇਂ ਉਹਨਾਂ ਦੀ ਸੋਚ ਸੀਗੀ, ਜਿਵੇਂ ਉਹ ਪੰਜਾਬ ਨੂੰ ਇੱਕ ਨਵਾਂ ਪੰਜਾਬ ਦੇਖਣਾ ਚਾਹੁੰਦੇ ਸੀਗੇ, ਖੁਸ਼ਹਾਲ ਪੰਜਾਬ ਦੇਖਣਾ ਚਾਹੁੰਦੇ ਸੀਗੇ ਔਰ ਮਾਫੀਆ ਰਾਜ ਨੂੰ ਖਤਮ ਕਰਨਾ ਚਾਹੁੰਦੇ ਸੀਗੇ ਔਰ ਬਹੁਤ ਸਾਰੇ ਉਹਨਾਂ ਦੇ ਦਿਲ ਦੇ ਜਿਹੜੇ ਵਿੱਚ ਮਨ ਦੇ ਵਿੱਚ ਸੁਪਨੇ ਸੀਗੇ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੇ ਸੀਗੇ, ਉਹ ਉਹਨਾਂ ਦੇ ਪੂਰੇ ਨਹੀਂ ਹੋ ਰਹੇ। ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿੰਨੀ ਦੇਰ ਕੈਪਟਨ ਸਾਹਿਬ ਦੀ ਕੋਟਰੀ ਜਿਹੜੀ ਉਹ ਆਲੇ ਦੁਆਲੇ ਹੈ ਔਰ ਪੰਜਾਬ ਦੇ ਉੱਤੇ ਉਹਨਾਂ ਦੀ ਪਕੜ ਮਜ਼ਬੂਤ ਹੈ, ਉਨੀ ਦੇਰ ਸਿੱਧੂ ਸਾਹਿਬ ਦੇ ਉਹ ਸੁਪਨੇ, ਉਹ ਜਿਹੜੀਆਂ ਸਮਰੱਥਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਹੈਗੀਆਂ ਨੇ, ਯੋਗਤਾਵਾਂ ਜਿਹੜੀਆਂ ਨੇ, ਉਹ ਪੂਰੀਆਂ ਇਸ ਕਰਕੇ ਨਹੀਂ ਹੋ ਸਕਦੀਆਂ ਕਿਉਂਕਿ ਇਹਨਾਂ ਨੂੰ ਉਹ ਜਿਹੜੀ ਹੈਗੇ ਪਿੱਚ ਦੇ ਉੱਤੇ ਖੇਡਣ ਦੀ ਇਜਾਜ਼ਤ ਨਹੀਂ ਹੋਵੇਗੀ। ਸੋ ਇਸ ਕਰਕੇ ਵਿਚਾਰੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਆਊਟ ਕਰਕੇ ਪਵੇਲੀਅਨ ਜਿਹੜਾ ਹੈਗਾ ਭੇਜਿਆ ਗਿਆ ਹੈ। ਔਰ ਜੇ ਸਿੱਧੂ ਸਾਹਿਬ ਸਿਆਣੇ ਹੋਣਗੇ ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਚੰਗਾ ਫੈਸਲਾ ਜ਼ਰੂਰ ਪੰਜਾਬ ਦੇ ਭਵਿੱਖ ਦੇ ਲਈ ਲੈਣਗੇ। ਸੋ ਇਹ ਸਾਨੂੰ ਤਵੱਕੋ ਕਰਨੀ ਚਾਹੀਦੀ ਹੈ। ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।